ਆਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਮਾਤਾ ਗੁਜਰੀ ਨੇ ਗੁਰੂ ਜੀ ਨੂੰ ਪਾਲਿਆ ਸੀ, ਲਾੜ ਲਡਾਏ ਸਨ। ਮਾਤਾ ਸੁੰਦਰੀ ਨੇ ਮਾਤਾ ਗੁਜਰੀ ਕੋਲੋਂ ਉਹਨਾਂ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ ਸੁਣੀ ਸੀ। ਇੱਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ ਖੇਡਦਿਆਂ ਤੇ ਕਿਲਕਾਰੀ ਮਾਰਦਿਆਂ ਦੇਖਿਆ ਸੀ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀ ਪੌੜੀਆਂ ਚੜ੍ਹਦੇ ਦੇਖਿਆ ਸੀ। ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਹੁੰਦੇ ਵੇਖਿਆ ਸੀ। ਜ਼ਿੰਦਗੀ ਦਾ ਪਲ ਪਲ ਯਾਦਾਂ ਦੇ ਹੀਰਾਂ ਨਾਲ ਜੁੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਵੀ ਕੰਬ ਰਿਹਾ ਸੀ। ਅੱਖਾਂ ਭਰ ਭਰ ਆਉਂਦੀਆਂ ਸਨ। ਅਖੀਰ 6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਕਰਦੇ ਹਨ। ਸ਼੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਆਖਰੀ 4 ਘੰਟਿਆਂ ਵਿੱਚ ਕੀ ਬੀਤਿਆ, ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਤੇ ਕੁਝ ਸਿੰਘਾਂ ਦੇ ਨਾਲ ਅਨੰਦਪੁਰ ਦਾ ਕਿਲ੍ਹਾ ਛੱਡਿਆ, ਉਹਨਾਂ ਕੋਲ ਤਾਂ ਨਾਂ ਦੇ ਬਰਾਬਰ ਹੀ ਸਮਾਨ ਸੀ। ਕੁਝ ਸਵਾਲ ਅਜਿਹੇ ਇਤਿਹਾਸਕਾਰ ਖੜੇ ਕਰ ਗਏ ਕਿ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਲੱਖਾਂ ਕਰੋੜਾਂ ਦਾ ਖਜ਼ਾਨਾ ਕਿਸ ਟਿਕਾਣੇ ਲਾਇਆ। ਮੁਗਲ ਫੌਜ ਦੇ ਹੱਥ ਤਾਂ ਇੱਕ ਸਿੱਕਾ ਵੀ ਨਹੀਂ ਲੱਗਿਆ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਖਜ਼ਾਨੇ ਵਿੱਚੋਂ ਇੱਕ ਵੀ ਸ਼ੈ ਆਪਣੇ ਨਾਲ ਲੈ ਕੇ ਨਹੀਂ ਗਏ। ਜ਼ਾਲਮ ਔਰੰਗਜ਼ੇਬ ਦੀ ਗੁਰੂ ਸਾਹਿਬ ਕੋਲ ਇੱਕ ਅਜਿਹੀ ਚੀਜ਼ ਸੀ ਕਿ ਰਾਜ ਗਿਆ, ਬਾਜ ਗਿਆ, ਸਾਹਿਬਜ਼ਾਦੇ ਸ਼ਹੀਦ, ਜਾਨ ਤੋਂ ਪਿਆਰੇ ਸਿੰਘ ਗਏ, ਪਰਿਵਾਰ ਦਾ ਵਿਛੋੜਾ, ਅਨੰਦਪੁਰ ਸਾਹਿਬ ਛੱਡਣਾ ਪਿਆ। ਸਭ ਕੁਝ ਚਲੇ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਨੇ ਅੰਤ ਸਮੇਂ ਤੱਕ ਆਪਣੇ ਕੋਲ ਸੰਭਾਲ ਕੇ ਰੱਖੀ। ਖਾਲਸੇ ਦੀਆਂ ਸਾਰੀਆਂ ਤੋਪਾਂ ਕਿਉਂ ਨਕਾਰਾ ਹੋਈਆਂ। ਉਸ ਭਾਗੀ ਰਾਤ ਨੂੰ ਅਨੰਦਪੁਰ ਸਾਹਿਬ ਛੱਡਣ ਵੇਲੇ ਗੁਰੂ ਪਰਿਵਾਰ ਦਾ ਮੈਂਬਰ ਹੀ ਜੋ ਗਦਾਰ ਨਿਕਲਿਆ, ਜਿਸ ਨੇ ਗੁਰੂ ਸਾਹਿਬ ਨਾਲ ਗੁਦਾਰੀ ਨਿਕਲੀ, ਅੱਜ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ। ਉਹ ਪਹਾੜੀ ਰਾਜਿਆਂ ਨਾਲ ਹੱਥ ਮਿਲਾ ਕੇ ਅਨੰਦਪੁਰ ਸਾਹਿਬ ਦਾ ਮਾਲਕ ਬਣ ਬੈਠਿਆ ਤੇ ਆਪਣੇ ਆਪ ਨੂੰ ਸਿੱਖਾਂ ਦਾ 11ਵਾਂ ਗੁਰੂ ਅਖਵਾਉਣ ਲੱਗ ਪਿਆ। ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 7 ਮਹੀਨਿਆਂ ਤੋਂ ਘੇਰਾ ਪਾਉਣ ਵਾਲੀ ਫੌਜ ਦੀ ਗਿਣਤੀ ਕਿੰਨੀ ਸੀ, ਇਹਦਾ ਤਾਂ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਗਿਣਤੀ ਵਿੱਚ 10 ਲੱਖ ਦੀ ਫੌਜ ਆਉਂਦੀ ਹੈ। 10 ਲੱਖ ਤੋਂ ਵੀ ਜ਼ਿਆਦਾ ਫੌਜ ਸੀ। ਔਰੰਗਜ਼ੇਬ ਦੀ ਫੌਜ, 22 ਧਾਰ ਦੇ ਰਾਜਿਆਂ ਦੀ ਫੌਜ, ਰੰਗੜਾਂ ਦੀ ਫੌਜ ਦਾ ਜ਼ਿਕਰ ਸਾਨੂੰ ਕਿਤੇ ਇਤਿਹਾਸ ਵਿੱਚ ਨਹੀਂ ਮਿਲਦਾ। ਤਵਾਰੀਖ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਫੌਜ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਜੇਕਰ ਸਾਰੀ ਫੌਜ ਦਾ ਇੱਕ ਸਫਾਈ ਮੁੱਠੀ ਭਰ ਕੇ ਮਿੱਟੀ ਦੀ ਸੁੱਟੇ ਤਾਂ ਸਾਰੀ ਅਨੰਦਪੁਰ ਸਾਹਿਬ ਸਮੇਤ ਸਾਰੇ ਕਿਲ੍ਹਿਆਂ ਨੂੰ ਮਿੱਟੀ ਵਿੱਚ ਦੱਬਿਆ ਜਾ ਸਕਦਾ ਸੀ। ਕਿਲ੍ਹੇ ਦੇ ਅੰਦਰ ਦੇ ਹਾਲਾਤ ਵੀ ਕਾਫੀ ਬਦਤਰ ਹੋ ਗਏ ਸਨ। ਕਈ ਮਹੀਨਿਆਂ ਤੋਂ ਕਿਲ੍ਹੇ ਦਾ ਰਾਸ਼ਨ, ਅੰਨ ਪਾਣੀ ਖਤਮ ਹੋ ਚੁੱਕਿਆ ਸੀ, ਕਿਉਂਕਿ ਜ਼ਾਲਮ ਦੁਸ਼ਮਣ ਫੌਜਾਂ ਨੇ ਕਿਲ੍ਹੇ ਦਾ ਰਾਸ਼ਨ ਪਾਣੀ ਅੰਦਰ ਜਾਣ ਤੋਂ ਰੋਕ ਰੱਖਿਆ ਸੀ। ਸਿੰਘ ਕਈ ਦਿਨਾਂ ਤੋਂ ਭੁੱਖੇ ਪਿਆਸੇ ਸਨ, ਜਿਸ ਕਾਰਨ ਕਈ ਸਿੰਘ ਕਿਲ੍ਹੇ ਵਿੱਚ ਵੀ ਸ਼ਹੀਦ ਹੋ ਗਏ। ਸਿੰਘਾਂ ਦੇ ਘੋੜੇ ਭੁੱਖ ਨਾਲ ਮਰ ਰਹੇ ਸਨ। ਅਸਾਮ ਦੇ ਰਾਜੇ ਰਤਨ ਰਾਏ ਨੇ ਗੁਰੂ ਜੀ ਨੂੰ ਇੱਕ ਪ੍ਰਸ਼ਾਦੀ ਹਾਥੀ ਭੇਂਟ ਕੀਤਾ ਸੀ। ਇਸ ਹਾਥੀ ਦੀ ਖਾਸੀਅਤ ਇਹ ਸੀ ਕਿ ਇਸ ਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਇੱਕ ਚਿੱਟੀ ਧਾਰੀ ਇਸ ਦੇ ਸਰੀਰ ਉੱਤੇ ਬਣੀ ਹੋਈ ਸੀ। ਇਸ ਤਰ੍ਹਾਂ ਦੇ ਬੇਸ਼ਕੀਮਤੀ ਹਾਥੀ ਉਸ ਸਮੇਂ ਦੁਨੀਆ ਵਿੱਚ ਕੋਈ 2-4 ਹੀ ਹੋਣਗੇ। ਉਹ ਹਾਥੀ ਵੀ ਭੁੱਖ ਨਾਲ ਤੜਫਦਾ ਹੋਇਆ ਮਰ ਗਿਆ। ਜਦੋਂ ਕਿਲ੍ਹੇ ਦੇ ਅੰਦਰ ਘੋੜੇ ਤੇ ਹਾਥੀਆਂ ਦੀ ਖਾਣ ਲਈ ਕੁਝ ਨਾ ਬਚਿਆ ਤਾਂ ਹੌਲੀ ਹੌਲੀ ਘੋੜੇ ਤੇ ਹਾਥੀ ਵੀ ਪੂਰੇ ਹੁੰਦੇ ਗਏ। ਕਿਲ੍ਹਾ ਛੱਡਣ ਦਾ ਜਦੋਂ ਫੈਸਲਾ ਲਿਆ ਗਿਆ ਤਾਂ ਗੁਰੂ ਜੀ ਨੇ ਤੁਰਕ ਫੌਜਾਂ ਨੂੰ ਸੁਨੇਹਾ ਭਿਜਵਾਇਆ। ਉਹਨਾਂ ਨੇ ਫੌਜਾਂ ਨੂੰ ਕੀਰਤਪੁਰ ਵਾਲੇ ਪਾਸੇ ਹਟਾ ਕੇ ਰਾਹ ਬਣਾ ਦਿੱਤਾ ਸੀ। 7 ਮਹੀਨਿਆਂ ਤੋਂ ਉਹ ਇਸੇ ਪਲ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਗੁਰੂ ਸਾਹਿਬ ਕਿਲ੍ਹਾ ਛੱਡਣਗੇ। ਦਿਨ ਦੇ ਆਖਰੀ ਕੁਝ ਘੰਟੇ ਹੀ ਬਚੇ ਸਨ। ਅੱਜ ਸੂਰਜ ਵੀ ਡੁੱਬਣ ਨੂੰ ਕਾਲਾ ਹੋਇਆ ਪਿਆ ਸੀ। ਕਿਲ੍ਹੇ ਦੇ ਅੰਦਰ ਦੇ ਸਮਾਨ ਦਾ ਜਾਇਜ਼ਾ ਲਾਇਆ ਜਾ ਰਿਹਾ ਸੀ ਕਿ ਕੀ ਕੁਝ ਨਾਲ ਲਿਜਾਇਆ ਜਾ ਸਕਦਾ ਸੀ। ਖਾਲਸੇ ਦੇ ਖਜ਼ਾਨੇ ਵਿੱਚ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਖਾਲਸੇ ਦੇ ਖਜ਼ਾਨੇ ਵਿੱਚ ਤਾਂ ਸੋਨੇ, ਚਾਂਦੀ, ਹੀਰੇ, ਮੋਤੀ ਅਪਾਰ ਧਨ ਸੀ, ਪਰ ਗੁਰੂ ਸਾਹਿਬ ਘੱਟ ਤੋਂ ਘੱਟ ਸਮਾਨ ਨਾਲ ਲਿਜਾਣਾ ਚਾਹੁੰਦੇ ਸਨ। ਗੁਰੂ ਸਾਹਿਬ ਜਾਣਦੇ ਸਨ ਕਿ ਤੁਰਕ ਆਪਣੀ ਜਾਤ ਪਛਾਣ ਕੇ ਬਹੀਰ ਦੇ ਉੱਤੇ ਹਮਲਾ ਜ਼ਰੂਰ ਕਰਨਗੇ।
ਉਹਨਾਂ ਨਾਲ ਖੰਡਾ ਖੜਕਾਉਣ ਸਮੇਂ ਹੀਰੇ ਮੋਤੀਆਂ ਨੇ ਕੰਮ ਨਹੀਂ ਆਉਣਾ, ਸਰਬ ਲੋਹ ਨੇ ਹੀ ਕੰਮ ਆਉਣਾ ਹੈ। ਗੁਰੂ ਜੀ ਨੇ ਆਪਣਾ ਸਾਰਾ ਖਜ਼ਾਨਾ ਦਰਿਆ ਵਿੱਚ ਰੋੜ ਦਿੱਤਾ। ਜਦੋਂ ਮਾਤਾ ਗੁਜਰੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਇਹ ਸਾਰਾ ਖਜ਼ਾਨਾ ਆਪਾਂ ਸਿੰਘਾਂ ਨੂੰ ਵੰਡ ਸਕਦੇ ਸੀ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮਾਤਾ ਜੀ, ਇਹ ਸਿੰਘ 7 ਮਹੀਨਿਆਂ ਤੋਂ ਮੇਰੇ ਨਾਲ ਖੜੇ ਹਨ। ਇਹਨਾਂ ਦੇ ਪਿਆਰ ਦਾ ਮੈਂ ਦੇਣ ਨਹੀਂ ਦੇ ਸਕਦਾ, ਨਾ ਮੈਂ ਜ਼ਿੰਦਗੀ ਭਰ ਦੇ ਸਕਦਾ। ਮੈਂ ਇਹਨਾਂ ਨੂੰ ਹੀਰੇ ਮੋਤੀ ਵੰਡ ਕੇ ਖਰੀਦਣਾ ਨਹੀਂ ਚਾਹੁੰਦਾ। ਮੈਂ ਚੰਦ ਸੋਨੇ ਦੇ ਸਿੱਕੇ ਦੇ ਕੇ ਇਹਨਾਂ ਦੇ ਮਿਆਰ ਨੂੰ ਨੀਵਾਂ ਨਹੀਂ ਕਰਨਾ ਚਾਹੁੰਦਾ। ਜੋ ਖਜ਼ਾਨਾ ਉਸ ਰਾਤ ਦਰਿਆ ਦੀ ਭੇਂਟ ਚੜਿਆ, ਜੋ ਹੀਰੇ ਤੇ ਸੋਨੇ ਨਾਲੋਂ ਵੀ ਬੇਸ਼ਕੀਮਤੀ ਸੀ, ਜਿਹੜਾ ਕਿਸੇ ਦੇ ਹੱਥ ਨਹੀਂ ਸੀ ਲੱਗਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਕੋਲ 52 ਕਵੀ ਦਰਬਾਰੀ ਸਨ, ਜਿਨ੍ਹਾਂ ਦੀਆਂ ਲਿਖਤਾਂ ਨੂੰ ਇਕੱਠਾ ਕਰਕੇ ਇੱਕ ਵੱਡਾ ਗ੍ਰੰਥ ਤਿਆਰ ਕੀਤਾ ਗਿਆ। 9 ਮਣੀ ਗ੍ਰੰਥ, ਇਹ ਘੱਟੋ ਘੱਟ 300 ਕਿਲੋ ਦੇ ਭਾਰ ਸੀ ਇਸਦਾ। ਇਸ ਗ੍ਰੰਥ ਦਾ ਨਾਮ ਸੀ ਵਿਦਿਆ ਧਰ। ਇਸ ਵਿੱਚੋਂ ਕੁਝ ਚੋਣਵੀਆਂ ਲਿਖਤਾਂ ਭਾਈ ਸੈਨਾਪਤ ਤੇ ਭਾਈ ਨੰਦ ਲਾਲ ਦੀਆਂ ਲਿਖਤਾਂ ਕੱਢ ਕੇ ਬਾਕੀ ਸਾਰੇ ਗ੍ਰੰਥ ਨੂੰ ਅਗਨ ਭੇਟ ਕੀਤਾ ਗਿਆ। ਇਹ ਖਾਲਸੇ ਨੂੰ ਉਹ ਘਾਟਾ ਪਿਆ ਜਿਸ ਦੀ ਭਰਪਾਈ ਅਜੇ ਤੱਕ ਵੀ ਨਹੀਂ ਹੋ ਸਕੀ। ਜੇ ਇਹ ਲਿਖਤਾਂ ਅੱਜ ਸਾਡੇ ਕੋਲ ਹੁੰਦੀਆਂ ਤਾਂ ਪਤਾ ਨਹੀਂ ਉਹ ਕਿੰਨੇ ਇਤਿਹਾਸ ਦੇ ਅਣਛੁੱਤੇ ਪੱਖ ਸਨ, ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ, ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ। ਉਹ ਸਾਰੇ ਸਾਡੇ ਸਾਹਮਣੇ ਹੁੰਦੇ, ਜਿਸ ਨੂੰ 20 ਸਾਲ ਲੱਗੇ ਇਸ ਵਿਦਿਆ ਧਰ ਗ੍ਰੰਥ ਨੂੰ ਤਿਆਰ ਕਰਨ ਵਿੱਚ, ਜਿਸ ਨੂੰ ਕੁਝ ਪਲ ਵਿੱਚ ਹੀ ਅੱਗ ਦੀਆਂ ਲਪਟਾਂ ਨਿਗਲ ਗਈਆਂ। ਕਾਬਲ ਦੇ ਸਿੱਖਾਂ ਨੇ ਗੁਰੂ ਜੀ ਦੀਆਂ ਕਈ ਬੇਸ਼ਕੀਮਤੀ ਨਗੀਨੇ ਦੇ ਚਾਨਣੀਆਂ ਤੇ ਤੰਬੂ ਭੇਟ ਕੀਤੇ ਸਨ। ਉਹ ਸਭ ਕੁਝ ਵੀ ਅਗਨ ਭੇਟ ਕੀਤਾ ਗਿਆ। ਉਹਨਾਂ ਕੁਝ ਚੰਦ ਘੰਟਿਆਂ ਨੇ ਇੰਨਾ ਕੁਝ ਖੋਹ ਲਿਆ ਜੋ ਕਿੰਨਾ ਚਿਰ ਤੋਂ ਸਾਂਭਿਆ ਹੋਇਆ ਸੀ। ਅਨੰਦਪੁਰ ਸਾਹਿਬ ਵਿੱਚ ਕੁੱਲ 4 ਕਿਲੇ ਸਨ। ਇਹਨਾਂ ਕਿਲਿਆਂ ਦੀ ਰਾਖੀ ਕਰਦੀਆਂ ਸਨ 2 ਦਰਜਨ ਤੋਪਾਂ। ਗੁਰੂ ਸਾਹਿਬ ਦੇ ਕਹਿਣ ਤੇ ਸਿੰਘਾਂ ਨੇ ਉਹ ਤੋਪਾਂ ਜੋ ਆਪਣੇ ਹੱਥੀਂ ਬਣਾਈਆਂ ਸਨ ਨਕਾਰਾਂ ਕਰ ਦਿੱਤੀਆਂ ਗਈਆਂ। ਉਹ ਇਸ ਕਦਰ ਨਕਾਰਾਂ ਕੀਤੀਆਂ ਗਈਆਂ ਤਾਂ ਕਿ ਉਹ ਦੁਬਾਰਾ ਵਰਤੀਆਂ ਨਾ ਜਾਣ। ਜਦੋਂ ਗੁਰੂ ਗੋਬਿੰਦ ਸਿੰਘ ਜੀ ਭਾਈ ਦੇਸਾ ਦੇ ਚੁਬਾਰੇ ਵਿੱਚ ਬੈਠ ਕੇ ਜ਼ਫਰਨਾਮਾ ਲਿਖਦੇ ਨੇ, ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਔਰੰਗਜ਼ੇਬ ਤੂੰ ਝੂਠੀਆਂ ਕਸਮਾਂ ਖਾ ਕੇ ਆਪਣੇ ਦਸਤਖਤ ਕਰਕੇ ਜਿਹੜੀ ਕੁਰਾਨ ਸ਼ਰੀਫ ਮੈਨੂੰ ਅਨੰਦਪੁਰ ਸਾਹਿਬ ਭੇਜੀ ਸੀ, ਉਹ ਮੈਂ ਅੱਜ ਤੱਕ ਸੰਭਾਲ ਕੇ ਆਪਣੇ ਕੋਲ ਰੱਖੀ ਹੈ। ਜੇ ਵੇਖਣਾ ਚਾਹੁੰਦਾ ਹੈ ਬੇਸ਼ੱਕ ਮੁਲਾਕਾਤ ਕਰ ਲੈ। ਗੁਰੂ ਗੋਬਿੰਦ ਸਿੰਘ ਜੀ ਨੇ ਕੁਰਾਨ ਇਸ ਲਈ ਸੰਭਾਲ ਕੇ ਰੱਖੀ ਸੀ ਕਿ ਉਹ ਸਾਰੇ ਵਰਤਾਰਿਆਂ ਦੀ, ਔਰੰਗਜ਼ੇਬ ਦੀ ਪੋਲ ਖੋਲ੍ਹਦੀ ਸਿੱਖ ਇਤਿਹਾਸ ਲਈ ਬਹੁਤ ਮਹੱਤਵਪੂਰਨ ਦਸਤਾਵੇਜ਼ ਸੀ। ਦਿਨ ਦਾ ਆਖਰੀ ਪਹਿਰ ਸੀ। ਖਾਲਸੇ ਦੀ ਜਨਮ ਭੂਮੀ ਨੂੰ ਆਖਰੀ ਅਲਵਿਦਾ ਕਹਿਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਨਿਕਲਦੇ ਹਨ। ਅਨੰਦਪੁਰ ਸਾਹਿਬ ਦੀ ਹਵਾ ਵਿੱਚ ਇੱਕ ਅੱਡ ਹੀ ਬੈਰਾਗ ਸੀ। ਇੰਜ ਜਾਪਦਾ ਸੀ ਜਿਵੇਂ ਨਗਰ ਦੀ ਇੱਕ ਇੱਕ ਇੱਟ ਤੇ ਗਲੀ ਵਿਛੋੜੇ ਵਿੱਚ ਰੋ ਰਹੀ ਹੋਵੇ। ਗੁਰੂ ਸਾਹਿਬ ਜਦੋਂ ਸ਼੍ਰੀ ਸੀਸਗੰਜ ਸਾਹਿਬ ਪਹੁੰਚਦੇ ਹਨ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਸੀ, ਉੱਥੇ ਜਾ ਕੇ ਅਰਦਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਉੱਥੇ ਰਹਿਣ ਵਾਲੇ ਉਦਾਸੀ ਗੁਰਬਖਸ਼ ਦਾਸ ਜੀ ਡਿਊਟੀ ਲਾਉਂਦੇ ਹਨ ਕਿ ਸਭ ਦੇ ਜਾਣ ਤੋਂ ਬਾਅਦ ਇੱਥੇ ਸਾਂਭ ਸੰਭਾਲ ਅਤੇ ਸਫਾਈ ਤੁਸੀਂ ਕਰਨੀ ਹੈ। ਇੱਥੇ ਜੋਤ ਜਗਾਉਣ ਦੀ ਡਿਊਟੀ ਵੀ ਤੁਹਾਡੀ ਹੀ ਹੈ। ਤੇ ਉਹ ਸਾਧੂ ਗੁਰਬਖਸ਼ ਦਾਸ ਜੀ ਕਾਫੀ ਦੇਰ ਆਪਣੀ ਡਿਊਟੀ ਨਿਭਾਉਂਦੇ ਰਹੇ। ਫਿਰ ਆਇਆ ਉਹ ਸਮਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਪਰਿਵਾਰ ਸਮੇਤ ਛੱਡਦੇ ਹਨ। ਗੁਰੂ ਸਾਹਿਬ ਦੀ ਨੀਤੀ ਕਾਰਨ ਹੀ ਸਿੰਘ ਤੇ ਸਾਰਾ ਪਰਿਵਾਰ ਉੱਥੋਂ ਨਿਕਲਣ ਵਿੱਚ ਕਾਮਯਾਬ ਹੋਏ। ਲੱਖਾਂ ਦੀ ਫੌਜ ਦਾ ਮੁਕਾਬਲਾ 500 ਸਿੰਘ ਨਾਲ ਕਿਵੇਂ ਕੀਤਾ ਜਾ ਸਕਦਾ ਸੀ? ਉਸ ਵਿੱਚ ਕੁਝ ਸੰਗਤ ਵਿੱਚ ਬੱਚੇ, ਬਜ਼ੁਰਗ ਤੇ ਕੁਝ ਸੰਗਤ ਇੱਦਾਂ ਦੀ ਸੀ ਜਿਨ੍ਹਾਂ ਨੂੰ ਲੜਨਾ ਵੀ ਨਹੀਂ ਸੀ ਆਉਂਦਾ। ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ ਤੱਕ ਤਾਂ ਗੱਲ ਪਹੁੰਚਣੀ ਹੀ ਨਹੀਂ ਸੀ। ਪੂਰਾ ਗੁਰੂ ਪਰਿਵਾਰ ਸਰਸਾ ਦੇ ਕੰਢੇ ਤੱਕ ਜਾਂਦੇ ਹੀ ਸ਼ਹੀਦ ਕਰ ਦਿੱਤਾ ਜਾਣਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਨੀਤੀ ਅੱਜ ਵੀ ਚੋਟੀ ਦੇ ਜਰਨੈਲਾਂ ਵਿੱਚ ਹੁੰਦੀ ਹੈ। ਜਿਉਂ ਹੀ ਕਿਲਾ ਛੱਡਿਆ, ਫੌਜ ਨੇ ਕਿਲੇ ਦਾ ਸਮਾਨ ਲੁੱਟ ਪੁੱਟ ਲਿਆ।
ਫਿਰ ਉੱਥੋਂ ਦੇ ਲੋਕਾਂ ਦੇ ਘਰ ਲੁੱਟੇ। ਘਰ ਲੁੱਟਣ ਤੋਂ ਬਾਅਦ ਸਾਰੇ ਬਾਗ ਬਗੀਚੇ ਇਸ ਤਰ੍ਹਾਂ ਤਬਾਹ ਕੀਤੇ ਗਏ। ਤੁਰਕਣ ਫੌਜ ਦਾ ਮਕਸਦ ਸੀ ਕਿ ਇਸ ਸ਼ਹਿਰ ਨੂੰ ਇੰਨਾ ਬਰਬਾਦ ਕੀਤਾ ਜਾਵੇ ਕਿ ਮੁੜ ਇੱਥੇ ਆ ਕੇ ਕੋਈ ਬਸਣ ਜੋਗਾ ਹੀ ਨਾ ਰਹੇ। ਗੁਰੂ ਜੀ ਦੇ ਭਤੀਜੇ ਸ਼ਾਮ ਸਿੰਘ ਤੇ ਗੁਲਾਬ ਰਾਏ ਨਿਰਮੋਹਗੜ੍ਹ ਦੇ ਕਿਲੇ ਵਿੱਚ ਜਦੋਂ ਗੁਰੂ ਜੀ ਨੂੰ ਮਿਲੇ, ਇਹ ਦੋਵੇਂ ਗੁਰੂ ਤੇਗ ਬਹਾਦਰ ਜੀ ਦੇ ਦੂਰੋਂ ਰਿਸ਼ਤੇ ਵਿੱਚੋਂ ਭਰਾ ਦੇ ਪੋਤਰੇ ਸਨ। ਗੁਰੂ ਜੀ ਨੇ ਆਪਣਾ ਹੁਕਮਨਾਮਾ ਦੇ ਕੇ ਸਿਰਮੌਰ ਦੇ ਰਾਜੇ ਕੋਲ ਭੇਜਿਆ ਕਿ ਤੁਰਕਾਂ ਨਾਲ ਸਾਡੀ ਅਣਬਣ ਬਹੁਤ ਵੱਧ ਚੁੱਕੀ ਹੈ, ਅਸੀਂ ਅਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਹਾਂ। ਇਹਨਾਂ ਦੋਵੇਂ ਪੁੱਤਰਾਂ ਨੂੰ ਗੁਜ਼ਾਰੇ ਦੇ ਲਈ ਇੱਕ ਪਿੰਡ ਦੀ ਜਾਗੀਰ ਦਿੱਤੀ ਜਾਵੇ। ਰਾਜੇ ਨੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਕੇ ਉਸ ਨੂੰ ਜਾਗੀਰ ਦਿੱਤੀ। ਇੱਕ ਵਾਰ ਤਾਂ ਇਹ ਦੋਵੇਂ ਜਾ ਕੇ ਉਸ ਪਿੰਡ ਵਿੱਚ ਵੱਸ ਗਏ, ਪਰ ਜਦੋਂ ਨੀਅਤ ਖਰਾਬ ਹੋ ਜਾਵੇ ਤਾਂ ਉਦੋਂ ਉਸ ਬੰਦੇ ਦਾ ਕੋਈ ਇਲਾਜ ਨਹੀਂ ਹੁੰਦਾ। ਗੁਲਾਬ ਰਾਏ ਦੀ ਵੀ ਨੀਅਤ ਖਰਾਬ ਹੋ ਚੁੱਕੀ ਸੀ। 22 ਧਾਰ ਦੇ ਰਾਜਿਆਂ ਵਿੱਚ ਇੱਕ ਕਹਿਲੂਰ ਦਾ ਰਾਜਾ ਸੀ। ਉਹ ਗੁਰੂ ਜੀ ਨੂੰ ਆਪਣਾ ਪੱਕਾ ਦੁਸ਼ਮਣ ਸਮਝਦਾ ਸੀ। ਇਹ ਕਹਿਲੂਰ ਦਾ ਰਾਜਾ ਕੇਸਰੀ ਚੰਦ ਗੁਰੂ ਜੀ ਦਾ ਪੱਕਾ ਵੈਰੀ ਸੀ, ਜਿਸ ਨੇ ਵਜ਼ੀਰ ਖਾਨ ਨਾਲ ਰਲ ਕੇ ਚਮਕੌਰ ਦੀ ਗੜੀ, ਸਰਸੇ ਦੇ ਕੰਢੇ ਤੇ ਅਨੰਦਪੁਰ ਸਾਹਿਬ ਵਿੱਚ ਕੋਈ ਅਜਿਹਾ ਮੌਕਾ ਨਹੀਂ ਛੱਡਿਆ ਜਦੋਂ ਗੁਰੂ ਸਾਹਿਬ ਨਾਲ ਬੈਰ ਨਾ ਕਮਾਇਆ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ 3 ਸਾਲ ਬਾਅਦ ਹੀ ਗੁਲਾਬ ਰਾਏ ਉਸ ਕੇਸਰੀ ਚੰਦ ਨਾਲ ਜਾ ਕੇ ਹੱਥ ਮਿਲਾ ਲੈਂਦਾ ਹੈ। ਕੇਸਰੀ ਚੰਦ ਤਾਂ ਪਹਿਲਾਂ ਹੀ ਸਿੱਖਾਂ 'ਚ ਪਾੜ ਪਾ ਕੇ ਤਮਾਸ਼ਾ ਵੇਖਣਾ ਚਾਹੁੰਦਾ ਸੀ। ਉਹ ਤਾਂ ਪਹਿਲਾਂ ਹੀ ਸਿੱਖਾਂ ਦਾ ਵਿਰੋਧੀ ਸੀ। ਉਸਨੇ ਅੱਧੇ ਪੈਸਿਆਂ 'ਚ ਹੀ ਅਨੰਦਪੁਰ ਸਾਹਿਬ ਦੀ 60 ਕਿੱਲੇ ਜ਼ਮੀਨ ਗੁਲਾਬ ਰਾਏ ਦੇ ਨਾਂ ਕਰ ਦਿੱਤੀ। ਗੁਲਾਬ ਰਾਏ ਸੋਢੀ ਖਾਨਦਾਨ ਵਿੱਚੋਂ ਹੋਣ ਕਰਕੇ ਅਨੰਦਪੁਰ ਸਾਹਿਬ ਗੱਦੀ ਲਾ ਕੇ ਬੈਠਣ ਲੱਗ ਪਿਆ। ਆਪਣੇ ਆਪ ਨੂੰ 11ਵਾਂ ਗੁਰੂ ਅਖਵਾਉਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਿਆਂ ਉਸਨੇ ਕਲਗੀ ਸਜਾਉਣਾ, ਸ਼ਸਤਰ ਸਜਾਉਣੇ, ਗੁਰੂ ਗੋਬਿੰਦ ਸਿੰਘ ਜੀ ਵਰਗਾ ਬਾਣਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਦਸ਼ਮੇਸ਼ ਪਿਤਾ ਵਰਗਾ ਬਾਣਾ ਪਾਉਂਦਾ ਤੇ ਗੱਦੀ ਤੇ ਬੈਠਦਾ ਤਾਂ ਸਿੱਖਾਂ ਨੂੰ ਭੁਲੇਖਾ ਪਾਉਣ ਵਿੱਚ ਉਹ ਪੂਰਾ ਕਾਮਯਾਬ ਹੋ ਗਿਆ। ਹੌਲੀ ਹੌਲੀ ਕਾਫੀ ਸੰਗਤ ਉਸ ਨਾਲ ਜੁੜ ਗਈ। ਉਸਨੂੰ ਕੀਮਤੀ ਭੇਟਾਂ ਨਜ਼ਰਾਨੇ ਚੜ੍ਹਾਉਣ ਲੱਗ ਪਈ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸਨੇ ਸੀਸਗੰਜ ਸਾਹਿਬ ਨੂੰ ਜਾ ਕੇ ਮੁੱਲ ਲਿਆ। ਉਹ ਪਵਿੱਤਰ ਸਥਾਨ ਨੂੰ ਵੀ ਨਹੀਂ ਛੱਡਿਆ ਜਿਸ ਸਾਧੂ ਗੁਰਬਖਸ਼ਦਾਸ ਦੀ ਡਿਊਟੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਸਥਾਨ ਨੂੰ ਸਾਂਭਣ ਦੀ ਲਗਾਈ ਸੀ, ਤੇ ਉਸੇ ਪਵਿੱਤਰ ਸਥਾਨ ਦੀ ਬੇਅਦਬੀ ਕਰਨ ਲੱਗ ਪਿਆ। ਸਾਧੂ ਗੁਰਬਖਸ਼ਦਾਸ ਇਸ ਪਵਿੱਤਰ ਸਥਾਨ ਦੀ ਬੇਅਦਬੀ ਹੁੰਦੀ ਵੇਖ ਕੇ ਉਹਨਾਂ ਨੇ ਗੁਲਾਬ ਰਾਏ ਨੂੰ ਬੜਾ ਰੋਕਿਆ ਕਿ ਉਹ ਇਹ ਪਾਪ ਨਾ ਕਮਾਏ। ਜਦੋਂ ਬੰਦੇ ਦੀ ਮੱਤ ਮਾਰੀ ਜਾਏ ਨਾ, ਫਿਰ ਕਹਿੰਦੇ ਨੇ ਕਿ ਉਹ ਕਿਸੇ ਦਾ ਕਹਿਣਾ ਕਿਤੇ ਨਹੀਂ ਮੰਨਦਾ। ਉਲਟਾ ਉਸ ਨੂੰ ਆਪਣੇ 4 ਪੁੱਤਰਾਂ ਤੋਂ ਧੱਕੇ ਮਰਵਾ ਕੇ, ਬੇਇੱਜ਼ਤ ਕਰਵਾ ਕੇ ਉਸ ਸਾਧੂ ਨੂੰ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕਢਵਾ ਦਿੱਤਾ ਤਾਂ ਕਿ ਇਹ ਦੁਬਾਰਾ ਹਿੰਮਤ ਨਾ ਕਰ ਸਕੇ ਅਨੰਦਪੁਰ ਸਾਹਿਬ ਵਿੱਚ ਆਉਣ ਦੀ। ਪਰ ਗੁਰੂ ਸਾਹਿਬ ਨਾਲ ਧੋਖਾ ਕਰਕੇ ਕੋਈ ਕਿੰਨਾ ਕੁ ਚਿਰ ਸੁਖਾਲਾ ਰਹਿ ਸਕਦਾ? ਅਜਿਹਾ ਭਾਣਾ ਤਾਂ ਵਾਪਰਨਾ ਹੀ ਸੀ। ਗੁਲਾਬ ਰਾਏ ਦੇ ਪੁੱਤਰਾਂ ਤੇ ਨੂੰਹਾਂ ਨੂੰ ਇੱਕ ਇੱਕ ਕਰਕੇ ਕੋਈ ਬਿਮਾਰੀ ਪੈਣ ਲੱਗ ਗਈ ਤੇ ਉਹ ਇੱਕ ਇੱਕ ਕਰਕੇ ਪੂਰੇ ਹੋਣ ਲੱਗੇ। ਕਿਸੇ ਵੀ ਇਨਸਾਨ ਤੋਂ ਆਪਣੇ ਪੁੱਤਰਾਂ ਨੂੰਹਾਂ ਦਾ, ਆਪਣੇ ਪਰਿਵਾਰ ਦਾ ਇਸ ਤਰ੍ਹਾਂ ਮੰਜ਼ਰ ਵੇਖਣਾ ਸਭ ਤੋਂ ਦਰਦਨਾਕ ਹੁੰਦਾ ਹੈ। ਤੇ ਗੁਲਾਬ ਰਾਏ ਵੀ ਆਪਣੇ ਪੁੱਤਰਾਂ ਤੇ ਨੂੰਹਾਂ ਦੀ ਮੌਤ ਨੂੰ ਵੇਖ ਕੇ ਹਾਲਤ ਉਸ ਦੀ ਪਾਗਲਾਂ ਵਾਲੀ ਹੋ ਗਈ। ਅਨੰਦਪੁਰ ਸਾਹਿਬ ਛੱਡ ਕੇ ਉਹ ਕੀਰਤਪੁਰ ਆ ਕੇ ਰਹਿਣ ਲੱਗ ਗਿਆ ਤੇ ਉਸ ਦਾ ਦੁਖਦਾਈ ਅੰਤ ਹੋਇਆ ਤੇ ਉਹ ਬੜੀ ਬੁਰੀ ਤਰ੍ਹਾਂ ਤੜਫ ਕੇ ਮਰਿਆ। ਸ਼ਾਹੀ ਟਿੱਬੀ ਦੇ ਸਰਸੇ ਦੇ ਕੰਢੇ ਜਿਸ ਦਲੇਰੀ ਤੇ ਸਿਦਕ ਨਾਲ ਇਹਨਾਂ ਸਿੰਘਾਂ ਦੀ ਗਿਣਤੀ ਨੇ ਟਾਕਰਾ ਕੀਤਾ ਸੀ, ਉਹ ਬੇਮਿਸਾਲ ਸੀ। ਜੋ ਜਰਨੈਲ ਕੁਝ ਸ਼ਹੀਦ ਹੋਏ ਉਹਨਾਂ ਵਿੱਚ ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਸਨ। ਰਾਜਿਆਂ ਵਿੱਚ ਰਾਜਾ ਕਹਿਲੂਰ ਦੀ ਫੌਜ, ਰਾਜਾ ਬੜੌਲੀ ਦੀ ਫੌਜ, ਰਾਜਾ ਕਸੌਲੀ ਦੀ ਫੌਜ, ਰਾਜਾ ਕਾਂਗੜਾ ਦੀ ਫੌਜ, ਰਾਜਾ ਨਦੌਣ ਦੀ ਫੌਜ, ਰਾਜਾ ਨਾਹਨ ਦੀ ਫੌਜ, ਰਾਜਾ ਬੁੜੈਲ ਦੀ ਫੌਜ, ਰਾਜਾ ਚੰਬਾ ਦੀ ਫੌਜ, ਰਾਜਾ ਭੰਬੋਰ ਦੀ ਫੌਜ, ਰਾਜਾ ਚੰਬੇਲੀ ਦੀ ਫੌਜ, ਰਾਜਾ ਜੰਮੂ ਦੀ ਫੌਜ, ਰਾਜਾ ਨੂਰਪੁਰ ਦੀ ਫੌਜ, ਰਾਜਾ ਜਸਵਾਲ ਦੀ ਫੌਜ, ਰਾਜਾ ਸ਼੍ਰੀਨਗਰ ਦੀ ਫੌਜ,
ਰਾਜਾ ਗੜਵਾਲ ਦੀ ਫੌਜ, ਰਾਜਾ ਹਿੰਡੋਲ ਦੀ ਫੌਜ, ਰਾਜਾ ਮੰਡੀ ਦੀ ਫੌਜ ਤੇ ਰਾਜਾ ਭੀਮ ਚੰਦ ਦੀ ਫੌਜ, ਤੁਰਕਾਂ ਦੀ ਫੌਜ, ਮੁਗਲ ਬਾਦਸ਼ਾਹ ਦੀ ਫੌਜ। ਤੇ ਇਸ ਫੌਜ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਗਿਣਤੀ ਵਿੱਚ ਕਿੰਨੀ ਸੀ, ਪਰ ਫਿਰ ਵੀ ਸਿੰਘ ਬਹਾਦਰੀ ਨਾਲ ਬੜੇ ਲੜੇ ਤੇ ਉਹਨਾਂ ਮੁਗਲਾਂ ਦੀ ਫੌਜ ਨਾਲ ਤੋਂ ਘਬਰਾਏ ਨਹੀਂ। ਸਿੰਘਾਂ ਨੇ ਹੱਸ ਕੇ ਸ਼ਹੀਦੀਆਂ ਦਿੱਤੀਆਂ। ਇਹ ਸ਼ਹੀਦੀਆਂ ਸਿੱਖ ਕੌਮ ਨੂੰ, ਸਿੱਖ ਧਰਮ ਨੂੰ ਬਚਾਉਣ ਲਈ ਦਿੱਤੀਆਂ, ਜਿਨ੍ਹਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਸਿੱਖ ਇਤਿਹਾਸ ਸਿਰ ਦੇ ਕੇ ਸਾਨੂੰ ਮਿਲਿਆ ਹੈ।